ਵੈਲਕਮ ਟੂ ਐਕਸੀਲੇਟਰ ਕਲਾਸਿਸ। ਜਿਵੇਂ ਕਿ ਅਸੀਂ 9th ਕਲਾਸ ਦੇ ਵਿੱਚ ਗ੍ਰੈਵੀਟੇਸ਼ਨ ਡਿਸਕਸ ਕਰ ਰਹੇ ਸੀ, ਅੱਜ ਅਸੀਂ ਇਸ ਕਲਾਸ ਦੇ ਵਿੱਚ ਪਹਿਲਾਂ ਗ੍ਰੈਵੀਟੇਸ਼ਨ ਦਾ ਪਿਛਲਾ ਲੈਕਚਰ ਜਿਹੜਾ ਰਿਵਾਈਜ਼ ਕਰ ਲੈਂਦੇ ਹਾਂ, ਫਿਰ ਉਸ ਤੋਂ ਅੱਗੇ ਕੰਮ ਦੇਖਦੇ ਹਾਂ। ਗ੍ਰੈਵੀਟੇਸ਼ਨ ਇੱਕ ਬਹੁਤ ਵੱਡਾ ਟੌਪਿਕ ਆ ਜਿਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਇਹ ਬ੍ਰਹਿਮੰਡ ਆਪਸ ਦੇ ਵਿੱਚ ਕਿਵੇਂ ਜੁੜਿਆ ਹੋਇਆ ਵਾ। ਇਸ ਬ੍ਰਹਿਮੰਡ ਦੇ ਵਿੱਚ ਸਾਰੀਆਂ ਬੋਡੀਜ਼ ਇੱਕ ਦੂਜੇ ਦੇ ਉੱਪਰ ਫੋਰਸਿਸ ਲਗਾਉਂਦੀਆਂ ਵਾ। ਇਹਦੇ ਵਿੱਚ ਬਹੁਤ ਸਾਰੇ ਸਾਇੰਟਿਸਟਾਂ ਨੇ ਸਮੇਂ-ਸਮੇਂ ਦੇ ਆਪਣੇ ਵੱਖਰੇ ਵਿਚਾਰ ਦਿੱਤੇ ਆ ਤੇ ਕਈ ਵਾਰੀ ਉਹਨਾਂ ਸਾਇੰਟਿਸਟਾਂ ਨੂੰ ਵਿਚਾਰ ਦੇਣ ਲਈ ਉਹਨਾਂ ਦੀ ਕੀਮਤ ਵੀ ਚੁਕਾਉਣੀ ਪਈ ਤੇ ਬਾਅਦ ਵਿੱਚ ਇਹਦੇ ਵਿੱਚ ਜਿਵੇਂ ਕਿ ਨਿਊਟਨ ਨੇ ਕੰਮ ਕੀਤਾ ਤੇ ਨਿਊਟਨ ਨੇ ਇਹਦੇ ਵਿੱਚ ਸਾਡੇ ਕੋਲੋਂ ਸਭ ਤੋਂ ਪਹਿਲਾਂ ਇੱਕ ਲਾਅ ਦਿੱਤਾ, ਗ੍ਰੈਵੀਟੇਸ਼ਨ ਦਾ ਲਾਅ। ਇਹਦੇ ਵਿੱਚ ਅਸੀਂ ਇਹ ਚੀਜ਼ ਜ਼ਰੂਰ ਪੜ੍ਹੀ ਹੋਈ ਹੋਏਗੀ ਕਿ ਨਿਊਟਨ ਇੱਕ ਬਾਗ ਦੇ ਵਿੱਚ ਬੈਠਾ ਸੀ ਤੇ ਉਹਦੇ ਲਾਗੇ ਇੱਕ ਸੇਬ ਡਿੱਗਾ ਉੱਪਰੋਂ ਤੇ ਉਹਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਸੇਬ ਉੱਪਰੋਂ ਨੀਚੇ ਹੀ ਕਿਉਂ ਡਿੱਗਾ, ਇਹ ਉੱਪਰ ਨੂੰ ਕਿਉਂ ਨਹੀਂ ਗਿਆ। ਮਤਲਬ ਉਹਦਾ ਲੌਜਿਕ ਇੱਥੋਂ ਡਿਵੈਲਪ ਹੋਇਆ। ਜਿਵੇਂ ਕਿ ਨਿਊਟਨ ਇਸ ਤੋਂ ਪਹਿਲਾਂ ਕੰਮ ਕਰ ਚੁੱਕਾ ਸੀ, ਪਰ ਉਹਨੇ ਇੱਕ ਇੱਥੋਂ ਲੌਜਿਕ ਡਿਵੈਲਪ ਕੀਤਾ ਕਿ ਉਹਨੇ ਧਰਤੀ ਨੇ ਕਿਹੜੀ ਫੋਰਸ ਲਗਾਈ ਆ ਸੋ ਦੈਟ ਕਿ ਜਿਹੜਾ ਐਪਲ ਆ ਜਾਂ ਸੇਬ ਆ ਉਹ ਨੀਚੇ ਡਿੱਗਾ। ਇਸ ਤੋਂ ਹੀ ਇਸ ਥਿਊਰੀ ਨੂੰ ਹੀ ਉਹਨੇ ਵਿਕਸਿਤ ਕਰਕੇ ਆਪਣੀ ਇੱਕ ਥਿਊਰੀ, ਆਪਣਾ ਇੱਕ ਨਿਜ਼ਮ ਬਣਾਇਆ ਜਿਹਨੂੰ ਅਸੀਂ ਕੀ ਬੋਲਦੇ ਹਾਂ, ਨਿਊਟਨ ਲਾਅ ਆਫ ਗ੍ਰੈਵੀਟੇਸ਼ਨ ਬੋਲਦੇ ਹਾਂ। ਤੇ ਨਿਊਟਨ ਲਾਅ ਆਫ ਗ੍ਰੈਵੀਟੇਸ਼ਨ ਦੇ ਵਿੱਚ ਉਹਨੇ ਕੀ ਕਿਹਾ, ਉਹਨੇ ਕਿਹਾ ਕਿ ਹਰੇਕ ਬੋਡੀ, ਦੇਖੋ ਫਿਜ਼ਿਕਸ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਜਿਹਨੂੰ ਅਸੀਂ ਬੋਡੀ ਕਹਿ ਰਹੇ ਹਾਂ ਨਾ ਉਹਦਾ ਮਾਸ ਤੇ ਜ਼ਰੂਰ ਹੋਏਗਾ। ਹਰੇਕ ਬੋਡੀ ਜਿਹਦਾ ਮਾਸ ਹੈਗਾ, ਮਤਲਬ ਇੱਕੋ ਹੀ ਗੱਲ ਆ, ਮਾਸ ਹੈਗਾ ਤੇ ਬੋਡੀ ਆ। ਹੁਣ ਆਪਾਂ ਨਿਊਟਨ ਦੇ ਲਾਅ ਨੂੰ ਡਿਸਕਸ ਕਰਦੇ ਹਾਂ। ਨਿਊਟਨ ਦੇ ਲਾਅ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮੰਨ ਲਓ ਇੱਕ ਬੋਡੀ ਹੈ ਵਾ m1 ਤੇ ਇੱਕ ਬੋਡੀ m2 ਆ। ਉਹਨੇ ਕਿਹਾ ਕਿ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਆ, ਇੱਕ ਮਿਊਚੁਅਲ ਇੰਟਰੈਕਸ਼ਨ ਆ। ਮਿਊਚੁਅਲ ਇੰਟਰੈਕਸ਼ਨ ਕੀ ਆ ਕਿ ਇਹ ਦੋਨੋਂ ਬੋਡੀਜ਼ ਇੱਕ ਦੂਜੇ ਤੇ ਫੋਰਸ ਲਗਾਉਂਦੀ ਆ। ਮਤਲਬ ਕਿ m1 ਇਹਦੇ ਤੇ ਫੋਰਸ ਲਗਾ ਰਹੀ ਆ ਤੇ m2 ਇਹਦੇ ਤੇ ਫੋਰਸ ਲਗਾ ਰਹੀ ਆ, ਪਰ ਫੋਰਸ ਕਿਹੜੀ ਲਗਾ ਰਹੀ ਆ, ਅਟਰੈਕਟਿਵ ਫੋਰਸ। m1 m2 ਨੂੰ ਆਪਣੇ ਵੱਲ ਖਿੱਚ ਰਹੀ ਆ। ਕਿੱਦਾਂ ਖਿੱਚ ਰਹੀ ਆ, ਇਸ ਤਰੀਕੇ ਨਾਲ। ਤੇ m2 m1 ਨੂੰ ਆਪਣੇ ਵੱਲ ਖਿੱਚ ਰਹੀ ਆ। ਦੋਨੋਂ ਇੱਕ ਦੂਜੇ ਦੇ ਕਲੋਜ਼ ਹੋਣਾ ਚਾਹੁੰਦੀਆਂ ਵਾ। ਮਤਲਬ ਕੀ ਆ ਕਿ ਦੋਨੋਂ ਇੱਕ ਦੂਜੇ ਵੱਲ ਅਟਰੈਕਟ ਹੋਣਾ ਚਾਹੁੰਦੀਆਂ ਵਾ। ਜਿਵੇਂ ਕੀ ਸੀ ਕਿ ਇਹ ਐਪਲ ਤੇ ਨੀਚੇ ਕੀ ਸੀ, ਨੀਚੇ ਅਰਥ ਸੀ ਤੇ ਇਹ ਐਪਲ ਸੀ ਤੇ ਇਹ ਐਪਲ ਅਰਥ ਵੱਲ ਗਿਆ ਹੋਏਗਾ ਤੇ ਅਰਥ ਨੇ ਇਹਨੂੰ ਖਿੱਚਿਆ ਤੇ ਅਸੀਂ ਕਿਹਾ ਕਿ ਅਰਥ ਨੇ ਇਹਨੂੰ ਅਟਰੈਕਟ ਕੀਤਾ। ਇਸੇ ਤਰੀਕੇ ਨਾਲ ਇਹ ਦੋਨੋਂ ਬੋਡੀਜ਼ ਆਪਸ ਦੇ ਵਿੱਚ ਕੀ ਆ, ਅਟਰੈਕਟ ਕਰਦੀਆਂ ਵਾ। ਤੇ ਉਹਨੇ ਇਹਦੇ ਉੱਤੇ ਇੱਕ ਨਿਯਮ ਦਿੱਤਾ। ਉਹਨੇ ਕਿਹਾ ਕਿ ਜਿਹੜੀ ਇਹਨਾਂ ਦੇ ਵਿੱਚ ਫੋਰਸ ਵਾ ਨਾ ਉਹ ਕੀ ਆ, ਅਟਰੈਕਟਿਵ ਫੋਰਸ ਆ। ਉਹਦੀ ਨੇਚਰ ਕੀ ਆ, ਅਟਰੈਕਟਿਵ ਆ। ਤੇ ਇਹ ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਿਹਦੇ, ਦੋਵਾਂ ਦੇ ਮਾਸ ਦੇ, m1 m2। ਹੁਣ ਦੇਖੋ ਮਾਸ ਉਹਨੇ ਕਿਵੇਂ ਕਿਹਾ, ਜਿਵੇਂ ਮੈਂ ਕਹਾਂ ਕਿ ਇਹ ਬੋਡੀ ਹੈਗੀ ਆ 5 kg ਦੀ ਤੇ ਇਹ ਬੋਡੀ ਹੈਗੀ ਆ 7 kg ਦੀ। ਤੇ ਮੰਨ ਲਓ ਇਹਨਾਂ ਦੇ ਵਿੱਚ ਜਿਹੜੀ ਦੂਰੀ ਲੈਣੀ ਆ ਉਹ ਕਿੱਥੋਂ ਲੈਣੀ ਆ, ਸੈਂਟਰ ਤੋਂ ਸੈਂਟਰ ਤੱਕ ਲੈਣੀ ਆ। ਇਹ ਕੀ ਆ, ਜਿਹੜੀ ਫੋਰਸ ਵਾ, ਜਿਹੜੀ ਅਸੀਂ ਫੋਰਸ ਦੀ ਗੱਲ ਕਰ ਰਹੇ ਆ, ਇਹ ਸੈਂਟਰ ਸੀਕਿੰਗ ਫੋਰਸ ਆ। ਮਤਲਬ ਇਹ ਸੈਂਟਰ ਤੋਂ ਸੈਂਟਰ ਤੱਕ ਲੱਗਣੀ ਆ। ਇਹ ਜਿਹੜੀ ਦੂਰੀ ਆ, ਮੰਨ ਲਓ ਇਹ ਦੂਰੀ ਕਿੰਨੀ ਆ, 1 ਵਾ। ਮੈਂ ਆਪਣੇ ਕੋਲ ਐਗਜ਼ਾਮਪਲ ਦੇ ਕੇ ਨਾਲ ਇਸ ਲਾਅ ਨੂੰ ਕੀ ਕਰ ਰਿਹਾ ਵਾਂ, ਜਨਰਲਾਈਜ਼ ਕਰ ਰਿਹਾ ਵਾਂ। ਹੁਣ ਦੇਖੋ ਮੈਂ ਕਿਹਾ ਇਹਦਾ ਮਾਸ 5 kg ਆ ਤੇ ਇਹਦਾ ਮਾਸ ਕਿੰਨਾ ਵਾ, 7 kg ਆ। ਤੇ ਦੋਨਾਂ ਦੀ ਗੁਣਾ ਕਿੰਨੀ ਹੋ ਗਈ, 35 ਹੋ ਗਈ। ਅਸੀਂ ਇੱਥੇ ਪੜਿਆ ਕਿ ਦੋਨਾਂ ਦੀ ਗੁਣਾ ਕਿੰਨੀ ਹੋ ਗਈ, 35। ਇੱਥੇ ਇਸ ਇਕੁਏਸ਼ਨ ਦੇ ਵਿੱਚ ਨਿਊਟਨ ਦੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੀ ਜ਼ਿਆਦਾ ਦੋਨਾਂ ਦੀ ਗੁਣਾ ਹੋਏਗੀ ਨਾ ਉਨੀ ਜ਼ਿਆਦਾ ਫੋਰਸ ਲੱਗੇਗੀ। ਜੇਕਰ ਕੋਈ ਬੋਡੀਜ਼ ਇਦਾਂ ਦੀਆਂ ਹੋਣਗੀਆਂ ਕਿ ਇਹ 10 kg ਦੇ ਵੀ 10 kg, ਹੁਣ ਗੁਣਾ ਕਿੰਨੀ ਹੋ ਗਈ, ਮਲਟੀਪਲਾਈ ਕਰਕੇ ਕਿੰਨਾ ਹੋ ਗਿਆ, 100 ਹੋ ਗਿਆ। ਹੁਣ ਇਹਦਾ ਮਤਲਬ 10 kg ਵਾਲੀਆਂ ਬੋਡੀਜ਼ ਦੇ ਵਿੱਚ ਜ਼ਿਆਦਾ ਫੋਰਸ ਲੱਗਣੀ ਆ ਇਸ ਫੋਰਸ ਦੇ ਨਾਲੋਂ। ਇੱਥੇ ਇਹ ਗੱਲ ਸਮਝਣੀ ਆ ਕਿ ਜਿੰਨੀ ਜ਼ਿਆਦਾ ਦੋ ਮਾਸਿਸ ਦੀ ਗੁਣਾ ਵਾ ਉਨੀ ਜ਼ਿਆਦਾ ਫੋਰਸ ਲੱਗਣੀ ਆ ਇਹਦੇ ਵਿੱਚ। ਤੇ ਨਿਊਟਨ ਨੇ ਦੂਸਰੀ ਗੱਲ ਕਹੀ ਕਿ ਜਿਹੜੀ ਇਹਨਾਂ ਦੇ ਵਿੱਚ ਦੂਰੀ ਆ ਉਹਦੇ ਕੀ ਆ, ਇਨਵਰਸਲੀ ਪ੍ਰੋਪੋਰਸ਼ਨਲ ਆ। ਦੂਰੀ ਚਾਹੇ ਤੁਸੀਂ d ਨਾਲ ਲਿਖ ਦਿਓ ਚਾਹੇ r ਨਾਲ ਲਿਖ ਦਿਓ, ਕੋਈ ਫਰਕ ਨਹੀਂ ਆ। r ਨਾਲ ਵੀ ਲਿਖ ਸਕਦੇ, x ਨਾਲ ਲਿਖ ਦਿਓ, d ਨਾਲ ਲਿਖ ਦਿਓ, ਇਹ ਤੁਹਾਡੀ ਮਰਜ਼ੀ ਆ। ਹੁਣ ਦੇਖੋ ਉਹਨੇ ਕਿਹਾ ਕਿ ਦੋ ਬੋਡੀਜ਼ ਦੇ ਵਿੱਚ ਜਿੰਨੀ ਜ਼ਿਆਦਾ ਦੂਰੀ ਹੋਏਗੀ ਉਨੀ ਫੋਰਸ ਘਟੇਗੀ। ਜਦੋਂ ਇਹ ਟਰਮ ਆ ਜਾਂਦੀ ਹੈ ਨਾ 1/d², 1 ਕੋਈ ਰਕਮ ਹੋਵੇ ਤੇ ਵਿੱਚ ਪ੍ਰੋਪੋਰਸ਼ਨਲ ਦਾ ਸਾਈਨ ਹੋਵੇ, ਉਹਦਾ ਮਤਲਬ ਹੁੰਦਾ ਇਨਵਰਸਲੀ ਪ੍ਰੋਪੋਰਸ਼ਨਲ, ਮਤਲਬ ਉਲਟਾ ਚੱਲਣਗੇ। ਇੱਥੇ ਆਪਾਂ ਕੀ ਕਿਹਾ ਸੀ, ਜਿੰਨੀ ਜ਼ਿਆਦਾ ਗੁਣਾ ਵਧੇਗੀ ਉਨੀ ਜ਼ਿਆਦਾ ਫੋਰਸ ਹੋਏਗੀ। ਮਤਲਬ ਇੱਧਰ ਵੀ ਵਧੇਗਾ ਤੇ ਇੱਧਰ ਵੀ ਵਧੇਗਾ। ਪਰ ਜਦੋਂ 1 ਹੋ ਜੇ ਤੇ ਇਹ ਉਲਟਾ ਆ ਜਾਂਦਾ ਕਿ ਜੇ d ਵਧੇਗਾ, d ਵਧਣ ਦਾ ਮਤਲਬ ਕੀ ਆ ਕਿ ਦੂਰੀ ਵਧੇਗੀ ਤੇ ਫੋਰਸ ਘਟੇਗੀ। ਦੋਨਾਂ ਦੇ ਵਿੱਚ ਕੀ ਆ, ਉਲਟਾ ਰਿਲੇਸ਼ਨ ਚੱਲ ਗਿਆ।
ਹੁਣ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਜੇਕਰ ਆਪਾਂ ਇਕੱਠਾ ਕਰੀਏ, ਜਦੋਂ ਆਪਣੇ ਕੋਲੋਂ ਇਕੁਏਸ਼ਨਾਂ ਹੋਣ ਜਿਨ੍ਹਾਂ ਦੇ ਵਿੱਚ ਪ੍ਰਪੋਰਸ਼ਨਲ ਦੇ ਸਾਈਨ ਹੋਣ, ਉਹਨਾਂ ਨੂੰ ਆਪਾਂ ਕੰਬਾਈਨ ਕਰ ਸਕਦੇ ਹਾਂ। ਮਤਲਬ ਕੀ ਕਰ ਸਕਦੇ ਹਾਂ? ਇੰਟਰਮਿਕਸ ਕਰ ਸਕਦੇ ਹਾਂ ਇਹਨਾਂ ਦੋਨਾਂ ਨੂੰ। ਆਪਾਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਦੇ ਹਾਂ ਤੇ ਕੰਬਾਈਨ ਕਰਕੇ ਸਾਡੇ ਕੋਲੋਂ ਇਕੁਏਸ਼ਨ ਕੀ ਬਣੀ ਆ? ਉੱਪਰ m1 m2 ਤੇ ਨੀਚੇ d²। ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਬਣ ਗਈ ਆ ਕਿ ਫੋਰਸ ਜਿਹੜੀ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ m1 m2 ਦੇ ਤੇ ਇਨਵਰਸਲੀ ਕਿਹਦੇ ਆ? d² ਦੇ। ਪਰ ਮੈਥਮੈਟਿਕਲੀ ਅਸੀਂ ਇਹ ਪ੍ਰਪੋਰਸ਼ਨਲ ਦਾ ਸਾਈਨ ਯੂਜ਼ ਨਹੀਂ ਕਰਦੇ। ਅਸੀਂ ਮੈਥਮੈਟਿਕਲੀ ਕੀ ਯੂਜ਼ ਕਰਦੇ ਆ? ਇਕੁਅਲ ਦਾ ਸਾਈਨ ਯੂਜ਼ ਕਰਦੇ ਆ। ਅਸੀਂ ਇਸ ਪ੍ਰਪੋਰਸ਼ਨਲ ਨੂੰ ਇਕੁਅਲ ਦੇ ਵਿੱਚ ਤਬਦੀਲ ਕਰਨਾ ਵਾ। ਹੁਣ ਦੇਖੋ ਫਿਜ਼ਿਕਸ ਦੇ ਵਿੱਚ ਇਹ ਨਿਯਮ ਆ ਕਿ ਜਦੋਂ ਵੀ ਤੁਸੀਂ ਪ੍ਰਪੋਰਸ਼ਨਲ ਦੇ ਸਾਈਨ ਨੂੰ ਇਕੁਅਲ ਦੇ ਸਾਈਨ ਦੇ ਵਿੱਚ ਬਦਲਣਾ ਵਾ ਤੇ ਤੁਹਾਨੂੰ ਉੱਥੇ ਕੋਈ ਨਾ ਕੋਈ ਚੀਜ਼ ਇੰਟਰੋਡਿਊਸ ਕਰਨੀ ਪੈਣੀ ਆ। ਮਤਲਬ ਇੱਥੇ ਕੁਝ ਲੱਗੇਗਾ ਤੇ ਫਿਰ ਇਹ ਜਿਹੜਾ ਪ੍ਰਪੋਰਸ਼ਨਲ ਦਾ ਸਾਈਨ ਵਾ ਉਹ ਇਕੁਅਲ ਦੇ ਸਾਈਨ ਦੇ ਵਿੱਚ ਤਬਦੀਲ ਹੋਏਗਾ। ਤੇ ਨਿਊਟਨ ਨੇ ਕੀ ਕਿਹਾ? ਨਿਊਟਨ ਨੇ ਕਿਹਾ ਕਿ ਮੰਨ ਲਓ ਮੈਂ ਇੱਥੇ ਆਣਾ, ਇੱਧਰ ਆ ਜਾਣਾ। ਨਿਊਟਨ ਦਾ ਜਿਵੇਂ ਸਾਡੇ ਕੋਲੋਂ ਲਾ ਆਇਆ ਕਿ m1 m2/d²। ਨਿਊਟਨ ਨੇ ਇੱਥੇ ਕੀ ਕੀਤਾ? ਨਿਊਟਨ ਨੇ ਇਕੁਅਲ ਦਾ ਸਾਈਨ ਲਗਾਉਣ ਵਾਸਤੇ ਇੱਥੇ g ਲਗਾਤੀ। ਉਹਨੇ ਕਿਹਾ ਕਿ ਇਸ g ਦੀ ਕੋਈ ਨਾ ਕੋਈ ਵੈਲਿਊ ਹੋਏਗੀ, m1 m2/d²। ਹੁਣ ਮੇਰੇ ਕੋਲੋਂ ਇਹ ਵਾਲੀ ਇਕੁਏਸ਼ਨ ਆ ਗਈ ਆ, ਮਤਲਬ ਮੇਨ ਇਕੁਏਸ਼ਨ ਆਈ ਮੇਰੇ ਕੋਲੋਂ, ਮੈਨੂੰ 1 ਨੰਬਰ ਕਹਿ ਦਿੰਦਾ। ਇਹ ਜਿਹੜਾ g ਆ ਜਦੋਂ ਪ੍ਰਪੋਰਸ਼ਨਲ ਤੋਂ ਇਕੁਅਲ ਦਾ ਸਾਈਨ ਲੈ ਕੇ ਆਉਣਾ ਵਾ ਤੇ ਜਿਹੜਾ ਅੰਕ ਯੂਜ਼ ਕਰੀਏ ਆਪਾਂ k ਵੀ ਕਰ ਸਕਦੇ ਆ। ਇਹ ਸਾਇੰਟਿਸਟ ਨੇ g ਕੀਤਾ, ਮੈਂ ਇਹਨੂੰ g ਹੀ ਰੱਖ ਰਿਹਾ ਵਾਂ। ਇਹਨੂੰ ਆਪਾਂ ਕਹਿੰਦੇ ਆ ਕਨਸਟੈਂਟ ਆਫ ਪ੍ਰਪੋਰਸ਼ਨੈਲਿਟੀ। ਆਪਾਂ ਕੀ ਕਹਿ ਰਹੇ ਆ? ਕਨਸਟੈਂਟ ਆਫ ਪ੍ਰਪੋਰਸ਼ਨੈਲਿਟੀ ਕਹਿ ਰਹੇ ਆ। ਤੇ ਨਿਊਟਨ ਨੇ ਇਹਦਾ ਇੱਕ ਸਪੈਸ਼ਲ ਨਾਮ ਵੀ ਰੱਖਿਆ। ਉਹਨੇ ਕਿਹਾ ਇਹ ਕੀ ਆ? ਗ੍ਰੈਵਿਟੇਸ਼ਨਲ ਕਨਸਟੈਂਟ ਆ। ਇਹਨੂੰ ਅੱਜ ਤੋਂ ਬਾਅਦ ਚ ਕੀ ਕਿਹਾ ਜਾਏਗਾ? ਗ੍ਰੈਵਿਟੇਸ਼ਨਲ ਕਨਸਟੈਂਟ। ਹੁਣ ਦੇਖੋ ਇਹ ਜਿਹੜੀ ਫੋਰਸ ਵਾ ਜਿਹੜੀ ਦੋਨਾਂ ਬਾਡੀਜ਼ ਦੇ ਵਿੱਚ ਲੱਗਦੀ ਪਈ ਆ, ਇਸ ਫੋਰਸ ਨੂੰ ਉਹਨੇ ਕੀ ਨਾਂ ਦਿੱਤਾ? ਉਹਨੇ ਦਿੱਤਾ ਗ੍ਰੈਵਿਟੇਸ਼ਨਲ ਫੋਰਸ। ਇਹ ਕੀ ਆ? ਗ੍ਰੈਵਿਟੇਸ਼ਨਲ ਫੋਰਸ ਵਾ। ਗ੍ਰੈਵਿਟੇਸ਼ਨਲ ਫੋਰਸ ਕੀ ਆ ਕਿ ਅਸੀਂ ਪੜਿਆ ਕਿ ਇਕੁਅਲ ਟੂ g m1 m2/d²। ਤੇ ਇਸ g ਨੂੰ ਗ੍ਰੈਵਿਟੇਸ਼ਨਲ ਕਨਸਟੈਂਟ ਕਹਿਤਾ ਤੇ ਬਾਅਦ ਵਿੱਚ ਨਿਊਟਨ ਨੇ ਇਹਦੀ ਵੈਲਿਊ, ਇਸ g ਦੀ ਮਤਲਬ ਐਗਜ਼ੈਕਟ ਵੈਲਿਊ ਕਿੰਨੀ ਆ? ਹੁਣ ਦੇਖੋ ਆਪਾਂ g ਨੂੰ ਇਕੁਏਸ਼ਨ ਦੇ ਵਿੱਚ g ਤੇ ਰੱਖ ਨਹੀਂ ਸਕਦੇ, ਸਾਨੂੰ ਦੱਸਣਾ ਪਊਗਾ ਨਾ ਕਿ g ਕਿੰਨੀ ਆ। 5 ਵਾ, ਉਹਦੀ ਵੈਲਿਊ 10 ਵਾ, 15 ਵਾ, ਜਾਂ ਕਿੰਨੀ ਵੈਲਿਊ ਆ। ਉਹ ਜਿਹੜੀ ਜਿੰਨੀ ਵੀ ਵੈਲਿਊ ਆ ਨਾ ਉਹ ਸਾਨੂੰ ਕੱਢ ਕੇ ਦੇਣੀ ਪੈਣੀ ਆ। ਪਰ ਨਿਊਟਨ ਸਾਰੀ ਲਾਈਫ ਦੇ ਵਿੱਚ ਇਸ g ਦੀ ਵੈਲਿਊ ਕੈਲਕੂਲੇਟ ਨਹੀਂ ਕਰ ਸਕਿਆ। ਉਹਦੇ ਇੱਕ ਪਿਊਪਿਲ ਨੇ, ਉਹਦੇ ਇੱਕ ਸਟੂਡੈਂਟ ਸੀ ਕੈਵਨਡਿਸ਼, ਉਹਨੇ ਇਸ g ਦੀ ਵੈਲਿਊ ਦਿੱਤੀ, ਇਸ ਗ੍ਰੈਵਿਟੇਸ਼ਨਲ ਕਨਸਟੈਂਟ ਦੀ ਵੈਲਿਊ ਦਿੱਤੀ। ਇਸ g ਦੀ ਉਹਨੇ ਕਿੰਨੀ ਵੈਲਿਊ ਦਿੱਤੀ? 6.67। ਕਈ ਵਾਰੀ ਬੁੱਕਸ 6.66 ਵੀ ਲਿਖ ਦਿੰਦੀਆਂ, 6.7 ਉਹ ਰਾਉਂਡ ਫਿਗਰ ਕੀਤਾ ਹੁੰਦਾ -10⁻11। ਇਸ g ਦੀ ਵੈਲਿਊ ਕਿੰਨੀ ਆ? 6.67 ਗੁਣਾ 10⁻11। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? 6.67 ਤੇ 10⁻11 ਵਾ। ਇਹਦਾ ਮਤਲਬ ਨੀਚੇ ਕੀ ਆ? 11 ਜ਼ੀਰੋਆਂ ਲੱਗਣੀਆਂ ਵਾ। ਹੁਣ 6.67 ਨੂੰ ਨੀਚੇ 1 ਦੇ ਨਾਲ 11 ਜ਼ੀਰੋਆਂ ਨਾਲ ਡਿਵਾਈਡ ਕਰ ਦਾਂਗੇ ਤੇ ਜੋ ਚੀਜ਼ ਆਏਗੀ ਉਹ ਕੀ ਆ? ਉਹ ਕੈਪੀਟਲ G ਦੀ ਵੈਲਿਊ ਆ, ਜਿਹਨੂੰ ਅਸੀਂ ਗ੍ਰੈਵਿਟੇਸ਼ਨਲ ਕਨਸਟੈਂਟ ਕਹਿ ਰਹੇ ਹਾਂ। ਹੁਣ ਇਹ ਤੇ ਸਾਡੇ ਕੋਲੋਂ ਕੀ ਆ? ਇਹ ਨਿਊਟਨ ਦਾ ਗ੍ਰੈਵਿਟੇਸ਼ਨਲ ਲਾ ਵਾ, ਜਿਹੜਾ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਵਾ, ਗ੍ਰੈਵਿਟੇਸ਼ਨਲ ਲਾ। ਤੇ ਗ੍ਰੈਵਿਟੇਸ਼ਨਲ ਲਾ ਦੇ ਵਿੱਚ ਸਾਨੂੰ ਕੀ ਸਿੱਖਣ ਲਈ ਮਿਲਿਆ ਕਿ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਆ ਹਰੇਕ ਬੋਡੀ ਜਿਹਦਾ ਮਾਸ ਹੈਗਾ ਉਹਦੇ ਵਿੱਚ ਲੱਗਣੀ ਹੀ ਲੱਗਣੀ ਆ। ਹੁਣ ਦੇਖੋ ਮੇਰੇ ਹੱਥ ਦੇ ਵਿੱਚ ਇੱਕ ਚੌਕ ਆ, ਇਸ ਚੌਕ ਤੇ ਮੇਰੇ ਦੇ ਵਿੱਚ ਵੀ ਇੱਕ ਫੋਰਸ ਲੱਗਦੀ ਪਈ ਆ। ਇਹ ਫੋਰਸ ਮੇਰੇ ਤੇ ਲਗਾ ਰਿਹਾ, ਮੈਂ ਇਹਦੇ ਤੇ ਲਗਾ ਰਿਹਾ। ਜੇ ਮੇਰੇ ਆਲੇ ਦੁਆਲੇ ਕੋਈ ਵੀ ਚੀਜ਼ ਪਈ ਹੋਈ ਆ, ਭਾਵੇਂ ਉਹ ਇੱਕ ਪੱਥਰ ਪਿਆ ਹੋਇਆ, ਭਾਵੇਂ ਕੋਈ ਉਹ ਇਨਸਾਨ ਆ, ਉਹ ਵੀ ਸਾਡੇ ਤੇ ਫੋਰਸ ਲਾ ਰਹੇ ਆ, ਅਸੀਂ ਵੀ ਉਹਨਾਂ ਤੇ ਫੋਰਸ ਲਾ ਰਹੇ ਆ। ਇਹ ਕੀ ਆ? ਮਿਊਚੁਅਲ ਇੰਟਰੈਕਸ਼ਨ ਆ ਕਿ ਉਹਨੇ ਸਾਡੇ ਤੇ ਲਾਉਣੀ ਆ, ਅਸੀਂ ਉਹਨਾਂ ਤੇ ਲਾਉਣੀ ਆ। ਬੇਸ਼ੱਕ ਇਹ ਫੋਰਸ ਇਦਾਂ ਦੀ ਆ ਕਿ ਬਹੁਤ ਸਮੌਲ ਆ, ਜਾਂ ਅਸੀਂ ਇਦਾਂ ਕਹੀਏ ਕਿ ਇਹਦਾ ਓਵਰਆਲ ਰਿਜ਼ਲਟੈਂਟ ਜਿਹੜਾ 0 ਹੋ ਜਾਂਦਾ। ਮੈਂ ਇਸ ਗੱਲ ਨੂੰ ਥੋੜਾ ਲੇਟਰ ਔਨ ਦੱਸਦਾ ਵਾਂ 9th ਕਲਾਸ ਵਾਸਤੇ ਕਿ ਓਵਰਆਲ ਰਿਜ਼ਲਟੈਂਟ ਕਿਵੇਂ 0 ਆ ਜਾਂ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦੀ। ਪਰ ਸਾਡੇ ਤੇ ਸਾਰੀਆਂ ਹੀ ਬੋਡੀਜ਼ ਫੋਰਸ ਲਗਾ ਰਹੀਆਂ ਵਾ। ਜੇ ਕਿਤੇ ਦੂਰ ਕੋਈ ਪਹਾੜ ਵਾ ਨਾ, ਤੇ ਜਿਹੜਾ ਪਹਾੜ ਦਾ ਮਾਸ ਵਾ ਉਹ ਤੁਹਾਡੇ ਤੇ ਫੋਰਸ ਲਾ ਰਿਹਾ, ਤੁਸੀਂ ਉਹਦੇ ਤੇ ਲਾ ਰਿਹਾ। ਮਤਲਬ ਇਸ ਯੂਨੀਵਰਸ ਦੇ ਵਿੱਚ, ਮੈਂ ਇਸ ਧਰਤੀ ਦੀ ਗੱਲ ਨਹੀਂ ਕਰ ਰਿਹਾ, ਮੈਂ ਪੂਰੀ ਯੂਨੀਵਰਸ ਦੀ ਗੱਲ ਕਰ ਰਿਹਾ
कि यूनीवर्स दे विच जेकर कोई भी बॉडी आ जिहदा मास आ वो फोर्स तुहाडे ते लाउंदा तो तुसीं उहदे ते लाउंदे जो। ये की आ, ये ग्रैविटेशनल फोर्स आ। ते ये जिहड़ी फोर्स लगदी आ ये की आ, अट्रैक्टिव आ, मतलब परे नहीं तकदी, लागे लैके आउंदी आ। ग्रैविटेशनल फोर्स लागे लैके आउंदी आ। ते जिहड़ियां वड्डियां बॉडीज़ आ ना, जिवें असीं कहीए सन ते अर्थ, उत्थे जिहड़ी फोर्स आ ना सानूं नोटिस हुंदी आ। ਅਸੀਂ इस चीज़ को अगे डिस्कस करते हैं। हुण आपां ग्रैविटेशनल फोर्स का यूनिट देख लैंदे आ। देखो ग्रैविटेशनल फोर्स हैगी तो फोर्स ही है ना, फोर्स की ब्रांच दे विच ही है ना। हुण जे फोर्स की ब्रांच है तो फोर्स का यूनिट की पढ़िया होया आपां, फोर्स का यूनिट आ न्यूटन। SI यूनिट की आ न्यूटन आ, CGS यूनिट की आ डायनवा। तो इस ग्रैविटेशनल कॉन्सटेंट का यूनिट की बनेगा, आपां यूनिट बना लैंदे आ। इहदा यूनिट हुंदा है न्यूटन मीटर स्केयर kg-2, इहदा यूनिट आ ग्रैविटेशनल कॉन्सटेंट का। किवें बनाया देखो, ए जी नूं इधर रहन दो, बाकी सारियां चीज़ां इधर लै आओ। हुण इधर की आ न्यूटन, आ डी स्केयर इधर आएगा, मीटर स्केयर बनेगा, आ M1 M2 नीचे जाएंगे, एक kg-2 बनेगा क्योंकि इहदा भी kg यूनिट आ, इहदा भी kg यूनिट आ। मैं इस इक्वेशन दे विचों ही जी का यूनिट बना लैंदा वां। हुण देखो मैं इत्थे गल कहना वां कि इस जी नूं की बोलते आ, यूनीवर्सल ग्रैविटेशनल कॉन्सटेंट बोलते आ। मैं इस गल नूं समझाउणा कि इस कैपिटल जी नूं यूनीवर्सल ग्रैविटेशनल कॉन्सटेंट क्यों बोलते आ। हुण असीं देखते हैं कि इहनूं यूनीवर्सल ग्रैविटेशनल कॉन्सटेंट क्यों कहा जाता। आपां एग्जाम्पल के जरिए समझते हैं। मान लो एक बॉडी है इत्थे ते दूसरी बॉडी इत्थे आ। असीं कहने आ कि मान लो इस बॉडी का मास हैगा M1 = 2 kg तो यदा मास हैगा M2 = 3 kg, मतलब मास तो kg दे विच ही होएगा। तो इन्हां दे विच दूरी हैगी आ, अपने कोलों ही लै लो, तुसीं कोई भी डिस्टेंस लै लो। मान लो इन्हां दे विच दूरी हैगी आ 3 मीटर दे, ते सानूं कहा जांदा फोर्स कैलकुलेट करो कि इहदे विच कितनी फोर्स लगदी आ। ते आपां फार्मूला लगा दांगे, साडे कोलों फार्मूला की आ, F = G M1 M2/d²। तो सानू पता फोर्स जी की वैल्यू कितनी आ, 6.67 × 10⁻⁻11। मास कितना वा 2, इधर कितना वा 3, d² आ 3 का स्केयर होएगा 3 × 3। हुण आपां इहनूं की करांगे, सॉल्व करांगे। अपने को सॉल्व करके कोई ना कोई की आ वैल्यू आ जाएगी। हुण देखो मान लो ये जिहड़ियां बॉडीज़ आ ये कित्थे आ, ये हवा दे विच पईयां वा, मतलब साडे सामने हवा दे विच पईयां वा। ते असीं फोर्स कैलकुलेट कर ली आ, साडे कोलों फोर्स आ गई आ। पर हुण जेकर इन्हां दोनों बॉडीज़ नूं इदां ही पानी 'च रख दईए, मतलब ये दोवें बॉडीज़ सेम बॉडीज़ 3 मीटर दूर आपस दे विच 3 मीटर दूर ते पानी 'च रख दईए, की हुण बदलाव की होया वा, हुण मीडियम का बदलाव आया। पहलां विच मीडियम की सी, हवा सी। हुण जदों चुक के पानी 'च रखता, हुण मीडियम की आ दोवां दे विच, इन्हां दोवां दे विच पानी आ गया। ठीक आ, पानी विचकार दीवार भी बनेगा, पर की वो जिहड़ा पानी आ इन्हां दी आपसी फोर्स नूं प्रभावित करेगा? तो आंसर है नहीं करेगा। क्यों नहीं करेगा? क्योंकि ये की आ ग्रैविटेशनल फोर्स वा, ये मीडियम ते डिपेंड करदी नहीं आ। तो जेकर इन्हां दोवां बॉडीज़ दे विच मैं एक लोहे की दीवार भी खड़ी करदा ना तां भी फोर्स प्रभावित नहीं होएगी, तां भी उन्नी फोर्स रहेगी जिन्नी हवा दे विच आ। ते जे इन्हां दोनों बॉडीज़ नूं मैं चुक के किसी होर ग्रह ते लै जा, इस धरती तो बाहर लै जा, तां भी फोर्स नहीं बदलेगी। पर शर्त की आ कि तुसीं बॉडीज़ सेम रखनियां वा ते दूरी भी सेम रखनी आ। ये नहीं करना कि दूजे ग्रह ते तुसीं दूजियां बॉडीज़ लै जाओ तो उन्हां दी डिस्टेंस बदल दो। मतलब साडियां मुढ़लियां शर्तां रहनियां चाहिदियां वा कि बॉडीज़ उहो ही होण ते दूरी भी सेम ही रखनी आ, विचकारला मीडियम बदलना वा, विचकारले मीडियम दे बदलदे नाल ये फोर्स बिल्कुल प्रभावित नहीं हुंदी। जे ये फोर्स नहीं प्रभावित हुंदी, इहदा मतलब असी इस जी नूं की कहने आ, यूनीवर्सल ग्रैविटेशनल कॉन्सटेंट कहने आ कि ये पूरे ही यूनीवर्स दे विच इहदी वैल्यू चेंज नहीं हुंदी। हुण जिवें कि असी 10th क्लास दे विच इदां दा ही एक इलैक्ट्रिक फील्ड दे विच निज़म पढ़दे आ, उहनूं असी की बोलदे आ, उहनूं असी बोलदे आ कूलम ला। कूलम ला दे विच असी की पढ़दे आ कि एक चार्ज इत्थे पिया एक इत्थे पिया ते दोनां दे विच की आ फोर्स लगदी आ। पर वो जिहड़ी फोर्स वा वो मीडियम ते डिपेंड करदी, मतलब जे दोवां चार्जिस दे विच मीडियम बदल जे ना
तो वह फोर्स प्रभावित हो जाती आ, बदल जाती आ। इस करके उहदा जिहड़ा कॉन्सटेंट आ, उस फोर्स का कॉन्सटेंट आ, उहनूं यूनीवर्सल कॉन्सटेंट नहीं बोलते असी, इस तरीके नाल नहीं बोलते। सो यूनीवर्सल ग्रैविटेशनल कॉन्सटेंट असी क्यों बोलते हैं, पता लग गया होगा, क्योंकि ये जिहड़ी फोर्स वा ये हर जगह के उत्ते कॉन्सटेंट आ एक सिस्टम दे विच। सिस्टम की जिवें आपां ये सिस्टम बॉडीज़ का लिया सी कि 2 बॉडीज़ आ 2 किलो 3 किलो की, तो इन्हां दी दूरी आपसी कितनी आ 3 मीटर आ। हुण उदाहरण के तौर पर मैं इत्थे 3 मीटर लिया, तुसीं भावें 5 मीटर लै लो, भावें बॉडीज़ भारियां लै लो, ठीक आ। सो इस करके ये जिहड़ी चीज़ आ ये यूनीवर्सल ग्रैविटेशनल कॉन्सटेंट ही कहाउंदी आ। इस तो अगे असीं देखते हैं कि ये जिहड़ी ग्रैविटेशनल फोर्स वा सानूं फील क्यों नहीं हुंदी। हुण आपां मान लैंदे आ कि मेरा वजन 60 किलो वा ते एक दूसरा बंदा वा उहदा वजन भी कितना वा 60 किलो वा। हुण न्यूटन कहता कि दोनों दे विच फोर्स लगदी पई आ, आपां कैलकुलेट करके देखते हैं मैथेमैटिकली कि फोर्स लगदी कितनी पई आ। आपां कैलकुलेट करदे सी, मान लो एक बंदा 60 kg, दूसरा बंदा भी 60 kg। साडा क्वेश्चन की आ, साडा क्वेश्चन आ कि सानू ये फोर्स फील हुंदी आ जां नहीं हुंदी जां किन्नी कुं हुंदी आ। ते असीं कहा कि इन्हां दोनां दे विच मतलब 2 बंदे इत्थे खड़े आ, एक ए वाला ते एक ए वाला, ते दोनों बंदियां दा वजन कितना वा 60 kg आ। भावें तुसीं एक दा 50 kg लै लो, मतलब सिर्फ असीं समझण वास्ते ही कह रहे हैं कि 2 बॉडीज़ आ जिन्हां दा वजन की आ 60 kg आ। असीं कह दें कि इन्हां दे विच कोई दूरी आ ते वो दूरी कितनी आ 1 मीटर वा। अपने कोलों एग्जाम्पल लै लैंदे आ 1 मीटर। हुण असीं फोर्स कैलकुलेट करते हैं। F इज इक्वल टू फार्मूला की आ G m1 m2/d²। तो साढ़े को G की वैल्यू आ 6.67 गुणा 10 की पावर -11, m1 कितना वा 60 ते m2 कितना वा ये भी 60 आ, d कितना वा 1 का स्क्वायर। हुण इहनूं सॉल्व कीता, इहनूं सॉल्व करांगे तो साढ़े को 6.67 गुणा 10 की पावर -11 ते 6 नूं 6 नाल गुणा कर दोगे तो 3600 बन जाएगा। तो मैथेमैटिक एक का स्केयर तो थले लाइए भावें ना लाइए, तो जे आपां इहनूं सॉल्व करांगे तो साढ़े को वैल्यू बनेगी 2.40 गुणा 10 की पावर -7 न्यूटन। मतलब ये जिहड़ी बॉडीज़ आ, ये जिहड़े बंदे आ, ये कितनी फोर्स ला रहे एक दूजे के उपर 2.40 गुणा 10 की पावर -7 न्यूटन। हुण गल ये आ कि ये फोर्स किन्नी का मतलब किन्नी क फोर्स ला रहे, सानू गिणती मिणती च दसो किन्नी क फोर्स ला रहे आ। तो जे मैं जनरल कहां ना कि 1 न्यूटन फोर्स किन्नी क हुंदी आ, जे मैं अंदाजे दे नाल 100 ग्राम की चीज़ अपने हाथ ते रखां तो जिन्ना फोर्स वो तुहाडे हाथ ते लगा रही है ना उन्होंने कहते हैं 1 न्यूटन, मतलब वो हुंदी 1 न्यूटन। हुण 100 ग्राम की चीज़ तुहाडे हाथ ते थल्ले नूं फोर्स ला रही आ, तो तुसीं महसूस किया कि 100 ग्राम चीज़ का किन्नी क फोर्स तुहाडे हाथ ते लगन रही आ, वो 1 न्यूटन आ, मतलब 1 न्यूटन इन्नी क हुंदी आ। तो ये किन्नी आ, ये तो बहुत थोड़ी फोर्स वा, क्योंकि -7 लगा आया वा। इनू आप इदां लिख सकते हैं 2.40 तो इनू किन्ने नाल डिवाइड करना वा, नीचे 5 जीरोआं दियां ते लख बनना सी, 6 जीरोआं वा तो 10 लाख बनना सी, 1 करोड़। मतलब 2.4 नूं 1 करोड़ दे नाल डिवाइड करो। हुण जदों 2.4 नूं 1 करोड़ दे नाल डिवाइड करोगे, मतलब वंडोगे भाग दोगे, तो वो की आ वो बहुत स्मॉल फ्रैक्शन बननी है, मतलब बहुत छोटी रकम बननी आ। तो ये छोटी रकम जिहड़ी आ ना बहुत घट होने करके सानू ये जिहड़ी फोर्स वा ये बहुता फील नहीं हुंदी। आपां ये एग्जाम्पल बिल्कुल 2 हैल्थी परसन तो लै ली आ कि 60 kg दे आ, आपां उन्हां दी फोर्स कढ के वेख ली आ कि बंदे जे 1 मीटर दूर खड़े आ तो इन्हां दे विच किन्नी क फोर्स लगदी आ। मैं इत्थे कह रहा देखो जिवें कि 2.4 जे 2.5 हुंदा तो 2.5 होना सी, तो मैं कहना वा तुहानूं 2.5 रुपये दे के कहना कि इहदे 1 करोड़ भाग कर दो, कागज़ का भी लिख के दे देना कि 2.5 रुपये आ, तो उन्होंने छोटा छोटा कैंची ना कट के तो ये 1 करोड़ भाग कर दो। हुण जदों तुसीं 1 करोड़ भाग करोगे वो कितना क भाग होएगा, बहुत छोटा हो सकता, तुहानूं नंगी अख ना दिखे भी ना, इन्ना छोटा भाग हो जाएगा। जे मैं कहां ना कि 2 दे
दो भाग कर दो तो तुसीं कहोगे 2 दे 2 भाग की आ 1 1, ठीक है, 1 1 हो गया। हुण मैं कह रहा वां 2.5 दे 1 करोड़ भाग कर दो, 1 करोड़ नाल डिवाइड कर दो, मतलब बहुत छोटी रकम बनती आ, ये फोर्स बहुत छोटी हो जाती आ। मैनू तो इत्थों ही पता लग गया सी कि 10 की पावर -7 वा, मतलब ये -7 इहदी पावर जिहड़ी आ, ये रकम जिहड़ी आ थल्ले डिवाइड होनी है, बहुत छोटी रकम आ। तो सानू ये फोर्स जिहड़ी आ बहुत छोटी होने करके ये बहुत ज़्यादा फील नहीं होंदी, इस करके असी इस फोर्स नूं जिहड़ा प्रैक्टिकली बहुत घट। जेकर असी वड्डियां बॉडीज़ की गल करिए, वड्डियां बॉडीज़ दे विच असी की लैंदे आ, सन ते अर्थ लै लैंदे आ कि मान लो इत्थे की आ एक सन आ ते अर्थ आ। सानू पता इन्हां दे विच दूरी बहुत ज़्यादा है, पर सानू पता है कि इन्हां दा मास भी बहुत ज़्यादा है। तो जेकर इहदे विच इन्हां दोनां दे विच फोर्स कैलकुलेट की जाए तो फोर्स आउंदी है लगभग 5.5 गुणा 10 की पावर +27 न्यूटन, मतलब ये बहुत ज़्यादा फोर्स है। 5.5 दे ये प्लस वा ना, जो प्लस होवे 5.5 दे अगे की आ गुणा करनी असी एक नाल लगा के 27 जीरोआं लगनियां नाल 27। तो जे यह वाला साइन असी हटा भी देवांगे, पॉइंट असी हटा भी देवांगे तो तावी किन्नियां जीरोआं बचियां रहणगियां, इत्थे 26 जीरोआं बचियां रहणगियां, क्योंकि जे जिहड़ा डेसीमल दा साइन हटावांगे। हुण 55 दे अगे 26 जीरोआं लगियां होईयां वा, फिर न्यूटन आ। ते 5 जीरोआं होण दे 1 लख हुंदा, 7 जीरोआं होण दे 1 करोड़ हुंदा, ते इत्थे जीरोआं किन्नियां वा 26 जीरोआं वा। ते 26 जीरो दे नाल की आ बहुत ज़्यादा वड्डी फोर्स बन जानी आ। ते असी देखते हैं कि सन ते अर्थ दे विच जिहड़ी फोर्स लगदी आ वो बहुत ज़्यादा फोर्स वा। मैनूं एक होर तरीके नाल समझाउणा, देखो असी सर्कुलर मोशन च पढ़िया, मान लो की आ इत्थे साडे कोलों की आ एक सन आ, ते सानू पता वा कि इहदे आले दुआले की आ सारे ग्रह घूम रहे आ, ते उन्हां ग्रहां दे विच ही एक ग्रह वा अर्थ। ते असी क्या कि मान लो इत्थे अर्थ वा, ये एक अर्थ आ। हुण देखो लगभग ये जिहड़ी अर्थ वा ना धरती आ, ये सूरज के दुआले सर्कुलर पाथ विच घूमदी आ, वैसे तो एलिप्टिकल पाथ विच घूमदी आ। एलिप्टिकल का मतलब थोड़ा अंडाकार शेप वर्गी, पर एलिप्स जां एलिप्टिकल पाथ भी की आ, ये सर्कुलर जां सर्कल का ही एक ब्रांच आ। ते असी इहदे विच देखिया होया वा सर्कुलर मोशन च कि जदों कोई बॉडी सर्कुलर घूमदी आ ते उहदे ते बाहर नूं फोर्स लगदी आ। तुसी बेशक इस तरीके नाल मान लो सर्कुलर टर्न लैनी आ, तुसी इधरों मोटरसाइकिल ते आ रहे जो, इस तरीके नाल आओगे तुहानूं बाहर नूं फोर्स लगेगी। जेकर तुसी बस दे विच भी बैठे होगे इदां तुसी कट मारोगे तो तुहानूं बाहर नूं फोर्स लगदी आ। सो ये निज़म आ कि जदों भी कोई बॉडी सर्कुलर घूमदी आ ना, मूव करदी आ, ते उहदे ते बाहर नूं फोर्स लगदी आ, ते फिर इस अर्थ ते भी बाहर नूं फोर्स लगेगी, क्योंकि अर्थ भी घूमदी पई आ सूरज दे दुआले, फिर इहदे ते बाहर नूं लगेगी। ते जेकर ये बाहर नूं लगेगी, इस बाहर नूं लगण वाली फोर्स नूं असीं की कहने आ, सेंट्रीफ्यूगल फोर्स। वैसे असीं ये चीज़ पढ़ चुके हैं 9th क्लास दे विच भी, सेंट्रीफ्यूगल मतलब सर्कुलर मोशन च जिहड़ी फोर्स बाहर नूं लगदी उहनूं असीं की बोलदे आ, सेंट्रीफ्यूगल फोर्स बोलदे आ। ते वो फोर्स की आ हुंदी भी आ। ते असी इहदे विच इस केस दे विच सन ते अर्थ दे विच एक अंदर नूं फोर्स भी लगदी आ। वो फोर्स किहड़ी आ, ग्रेविटेशनल फोर्स वा, जिहड़ी न्यूटन ने कैलकुलेट कीती। ते असी देखिया कि वो फोर्स कितनी आ, इन्नी फोर्स आ बहुत ज़्यादा। हुण देखो बाहर नूं भी फोर्स लग रही आ सर्कुलर घूमण करके, अंदर नूं किहदे करके लग रही आ, ग्रेविटेशनल फोर्स दे करके लग रही आ। ते ये बॉडी जिहड़ी आ ये ना बाहर जांदी आ ते ना अंदर आउंदी आ, क्योंकि सन ते धरती दे विच जिहड़ी फोर्स वा उहदे नाल इहने अंदर नूं आ जाना, पर अंदर नूं नहीं आउंदी, क्योंकि गोलाकार सर्कुलर घूमण करके ये बाहर नूं भी फोर्स लग रही आ। ते ये बराबर आ, दोवें फोर्सिस बराबर होण करके ये बॉडी अपने ही रस्ते दे विच आले दुआले घूमदी रहिंदी आ। इस तरह असी देखा कि सन ते अर्थ के केस दे विच ये जिहड़ी ग्रेविटेशनल फोर्स है ना, ये नोटिस हुंदी आ, मतलब ये फील हुंदी आ, ये बहुत ज़्यादा हुंदी आ। पर साडे ह्यूमन वाले केस दे विच, ह्यूमन वाली एग्जाम्पल दे विच जिवें असीं 60-60 kg दे 2 बंदे देखे, उन्हां दे विच ये फोर्स सानूं की आ बहुता ज़्यादा फील नहीं हुंदी। हुण इत्थों असीं ये कनकलूड करदे आ कि जिहड़ियां वड्डियां बॉडीज़ आ ना,
ਉਹਨਾਂ ਦੇ ਵਿੱਚ ਗ੍ਰੈਵਿਟੇਸ਼ਨਲ ਫੋਰਸ ਦਾ ਪ੍ਰਭਾਵ ਕੀ ਆ ਜ਼ਿਆਦਾ ਰਹਿੰਦਾ ਵਾ। ਹੁਣ ਆਪਾਂ ਇੱਕ ਐਗਜ਼ਾਮਪਲ ਹੋਰ ਕਰਦੇ ਹਾਂ। ਪਹਿਲੀ ਐਗਜ਼ਾਮਪਲ ਆਪਾਂ ਕੀਤੀ ਆ 260 kg ਦੇ ਬੰਦਿਆਂ ਦੇ ਵਿੱਚ, ਤੇ ਦੂਸਰੀ ਐਗਜ਼ਾਮਪਲ 'ਚ ਆਪਾਂ ਡਿਸਕਸ ਕੀਤਾ ਬਹੁਤ ਵੱਡੀਆਂ ਬੋਡੀਜ਼ ਲੈ ਲਈਆਂ, ਸਨ ਤੇ ਅਰਥ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇੱਕ 60 ਕਿਲੋ ਦਾ ਬੰਦਾ ਵਾ ਤੇ ਧਰਤੀ ਆ, ਇਹਨਾਂ ਦੋਵਾਂ ਦੇ ਵਿੱਚ ਕਿੰਨੀ ਫੋਰਸ ਲੱਗਦੀ ਆ? ਮਤਲਬ ਇੱਕ ਨਾਰਮਲ ਹਿਊਮਨ ਤੇ ਦੂਸਰਾ ਕੌਣ? ਅਰਥ। ਇਹਨਾਂ ਦੋਨਾਂ ਦੇ ਵਿੱਚ ਗੱਲ ਕਰੀਏ ਮਾਸ ਆਫ ਅਰਥ ਤੇ ਮਾਸ ਆਫ ਮੈਨ, ਮਤਲਬ ਕਿ ਅਰਥ ਅਤੇ ਮੈਨ ਦੇ ਵਿੱਚ ਕਿੰਨੀ ਫੋਰਸ ਲੱਗਦੀ ਆ। ਮੰਨ ਲਓ ਇੱਕ ਆਦਮੀ ਅਰਥ ਦੇ ਉੱਪਰ ਖੜਾ ਵਾ ਤੇ ਅਰਥ ਦਾ ਮਾਸ ਆਪਾਂ ਵੱਡਾ ਐਮ ਲੈ ਲੈਂਦੇ ਆ ਤੇ ਮਾਸ ਆਫ ਮੈਨ ਆਪਾਂ ਛੋਟਾ ਐਮ ਲੈ ਲੈਂਦੇ ਆ। ਜੇਕਰ ਅਸੀਂ ਹੁਣ ਫੋਰਸ ਕੈਲਕੂਲੇਟ ਕਰੀਏ ਕਿ ਇਸ ਆਦਮੀ ਤੇ ਇਸ ਧਰਤੀ ਦੇ ਵਿੱਚ ਕਿੰਨੀ ਫੋਰਸ ਲੱਗਦੀ ਆ, ਤੇ ਅਸੀਂ ਉਹਦਾ ਕੀ ਕਰੀਏ, ਫੋਰਸ ਦਾ ਵਿਸ਼ਲੇਸ਼ਣ ਕਰੀਏ ਕਿ ਉਹ ਅਸਲ ਦੇ ਵਿੱਚ ਕਿੰਨੀ ਕੁ ਫੋਰਸ ਵਾ, ਤਾਂ ਜੋ ਸਾਨੂੰ ਇਹ ਤਾਂ ਪਤਾ ਲੱਗੇ ਨਾ, ਇੱਕ ਡੇਲੀ ਲਾਈਫ ਦੇ ਨਾਲ ਜੁੜੀ ਹੋਈ ਐਗਜ਼ਾਮਪਲ ਦਾ ਪਤਾ ਲੱਗੇ ਕਿ ਅਸੀਂ ਰੋਜ਼ ਹੀ ਧਰਤੀ ਤੇ ਖਲੋਨੇ ਆ ਤੇ ਸਾਡੇ ਤੇ ਉੱਪਰ ਧਰਤੀ ਕਿੰਨੀ ਫੋਰਸ ਲਾਉਂਦੀ ਆ ਤੇ ਅਸੀਂ ਧਰਤੀ ਦੇ ਉੱਪਰ ਕਿੰਨੀ ਫੋਰਸ ਲਗਾਉਂਦੇ ਆ। ਅਸੀਂ ਕੈਲਕੂਲੇਟ ਕਰ ਲੈਂਦੇ ਆ। ਅਸੀਂ ਮੰਨ ਲੈਂਦੇ ਆ ਕਿ ਮੈਨ ਦਾ ਮਾਸ ਜਿਹੜਾ ਵਾ, ਮਾਸ ਆਫ ਮੈਨ ਕਿੰਨਾ ਵਾ? 60 kg ਆ। ਅਸੀਂ ਉੱਪਰ ਲਿਖ ਲਿਆ ਕਿ ਮਾਸ ਆਫ ਅਰਥ ਕਿੰਨਾ? 6 × 10⁻24 kg, ਮਤਲਬ 6 ਦੇ ਅੱਗੇ 24 ਜ਼ੀਰੋਆਂ ਲੱਗੀਆਂ ਹੋਈਆਂ ਵਾ, ਇੰਨੇ ਕਿਲੋਗ੍ਰਾਮ ਧਰਤੀ ਦਾ ਭਾਰ ਵਾ। ਤੇ ਨਿਊਟਨਸ ਲਾਅ ਦੇ ਜਰੀਏ ਅਸੀਂ ਫਾਰਮੂਲਾ ਲਗਾਉਂਦੇ ਆ F = G। G ਦੀ ਵੈਲਿਊ ਭਰ ਲੈਂਦੇ 6.67 × 10⁻11। ਫਿਰ ਆਪਾਂ ਮਾਸ ਆਫ ਅਰਥ ਲਿਖ ਲੈਂਦੇ ਆ 6 × 10⁻24, ਮਾਸ ਆਫ ਮੈਨ 60 kg। ਤੇ ਦੋਨਾਂ ਦੇ ਵਿੱਚ ਦੂਰੀ ਕਿੰਨੀ ਆ? ਦੇਖੋ ਆਮ ਤੌਰ ਤੇ ਅਸੀਂ ਜਿਹੜੀ ਦੂਰੀ ਆ ਨਾ, ਉਹ ਧਰਤੀ ਦੇ ਸੈਂਟਰ ਤੋਂ ਆਦਮੀ ਦੇ ਸੈਂਟਰ ਤੱਕ ਲੈਣੇ ਆ, ਕਿਉਂਕਿ ਆਪਾਂ ਕਿਹਾ ਵਾ ਕਿ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਵਾ ਉਹ ਸੈਂਟਰ ਤੋਂ ਸੈਂਟਰ ਤੱਕ ਲੱਗਦੀ ਆ। ਤੇ ਇਹ ਜਿਹੜੀ ਦੂਰੀ ਆ ਦੋਨਾਂ ਦੇ ਵਿੱਚ ਉਹ ਕਿੰਨੀ ਆ? ਅਸੀਂ ਆਮ ਤੌਰ ਤੇ ਬੁੱਕਸ ਦੇ ਵਿੱਚ ਪੜ੍ਹਦੇ ਆ ਕਿ ਇਹ ਜਿਹੜੀ ਧਰਤੀ ਦਾ ਰੇਡੀਅਸ ਆ, ਇਹ ਧਰਤੀ ਦਾ ਰੇਡੀਅਸ ਹੈਗਾ 6400 ਕਿਲੋਮੀਟਰ। ਪਰ ਆਪਾਂ ਕੀ ਲੈਂਦੇ ਆ, ਆਪਾਂ ਇਹਨੂੰ ਆਮ ਤੌਰ ਤੇ ਇਦਾਂ ਲੈ ਲੈਂਦੇ ਆ 6.38 × 10⁻6। ਪਰ ਇਹਦਾ ਸਕੇਅਰ ਵੀ ਹੋਣਾ ਵਾ। ਆਪਾਂ ਦੂਰੀ ਲੈ ਲਈ ਕਿ ਦੋਨਾਂ ਦੇ ਸੈਂਟਰ ਤੋਂ ਸੈਂਟਰ ਦੇ ਵਿੱਚ ਕਿੰਨੀ ਦੂਰੀ ਆ? 6.38 × 10⁻6। ਹੁਣ ਆਪਾਂ ਇਹਨੂੰ ਸੋਲਵ ਕਰਦੇ ਆ। ਜੇਕਰ ਆਪਾਂ ਇਹਨੂੰ ਸੋਲਵ ਕਰਦੇ ਆ ਨਾ ਤੇ ਸਾਡੇ ਕੋਲੋਂ ਜਵਾਬ ਆਉਂਦਾ ਵਾ 589.595 ਨਿਊਟਨ। ਇੰਨੀ ਫੋਰਸ ਲੱਗਦੀ ਆ ਅਰਥ ਅਤੇ ਇੱਕ ਆਦਮੀ ਦੇ ਵਿੱਚ। ਹੁਣ ਦੇਖੋ ਜੇ ਫੋਰਸ ਲੱਗਦੀ ਆ ਤੇ ਤਾਂ ਹੀ ਤੇ ਕਰਕੇ ਅਸੀਂ ਧਰਤੀ ਤੇ ਖੜੇ ਆ, ਹਵਾ ਦੇ ਵਿੱਚ ਨਹੀਂ ਖੜੇ। ਮਤਲਬ ਧਰਤੀ ਸਾਨੂੰ ਖਿੱਚਦੀ ਪਈ ਆ ਕਿੰਨੀ ਫੋਰਸ ਦੇ ਨਾਲ? 599.95 ਨਿਊਟਨ ਦੇ ਨਾਲ। ਹੁਣ ਇਹ ਜਿਹੜਾ ਗ੍ਰੈਵਿਟੇਸ਼ਨਲ ਲਾ ਵਾ, ਗ੍ਰੈਵਿਟੇਸ਼ਨਲ ਲਾ ਜਿਹੜਾ ਵਾ, ਇਹ ਦੇਖੋ ਇੱਕ ਚੀਜ਼ ਦੇਖ ਲਓ ਕਿ ਇਹ ਜਿਹੜੀਆਂ ਬਾਕੀ ਚੀਜ਼ਾਂ ਵਾ ਨਾ, ਇਹ ਟੈਂਪਰੇਚਰ ਬਦਲਣ ਦੇ ਨਾਲ, ਮੌਸਮ ਬਦਲਣ ਦੇ ਨਾਲ ਇਹ ਪ੍ਰਭਾਵਿਤ ਨਹੀਂ ਹੁੰਦਾ। ਮਤਲਬ ਲਾਗੇ ਬੰਨੇ ਵੀ ਕੋਈ ਵੀ ਫਿਜ਼ੀਕਲ ਕੰਡੀਸ਼ਨ ਚੇਂਜ ਹੋ ਜੇ ਨਾ, ਕਿ ਕਿਸੇ ਤਰੀਕੇ ਨਾਲ ਵੀ, ਭਾਵੇਂ ਗਰਮੀ ਹੋ ਜੇ ਭਾਵੇਂ ਸਰਦੀ ਹੋ ਜੇ, ਦੋ ਬੋਡੀਜ਼ ਦੇ ਵਿੱਚ ਜਿਹੜੀ ਲੱਗਣ ਵਾਲੀ ਫੋਰਸ ਵਾ ਉਹ ਕੀ ਰਹਿਣੀ ਆ? ਸੇਮ ਰਹਿਣੀ ਆ, ਭਾਵੇਂ ਲਾਗੇ ਬੰਨੇ ਦਾ ਮਾਹੌਲ ਬਦਲ ਜੇ। ਸ਼ਰਤ ਕੀ ਆ? ਉਹਨਾਂ ਦੇ ਵਿੱਚ ਦੂਰੀ ਨਹੀਂ ਚੇਂਜ ਹੋਣੀ ਚਾਹੀਦੀ। ਇਸ ਕਰਕੇ ਅਸੀਂ ਇਹਨੂੰ ਕੀ ਕਹਿੰਦੇ ਆ? ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ ਵੀ ਬੋਲ ਦਿੰਦੇ ਆ। ਸੋ ਇਹ ਜਿਹੜਾ ਨਿਊਟਨ ਲਾ ਆਫ ਗ੍ਰੈਵਿਟੇਸ਼ਨ ਆ, ਇਹ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ ਵੀ ਕਹਾਉਂਦਾ ਵਾ। ਕਈ ਵਾਰੀ ਪੇਪਰ ਦੇ ਵਿੱਚ ਇਦਾਂ ਹੀ ਪੁੱਛ ਲਿਆ ਜਾਂਦਾ ਵਾ ਕਿ ਡਿਫਾਈਨ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ। ਤੁਸੀਂ ਕੀ ਲਿਖਣਾ ਵਾ? ਨਿਊਟਨ ਲਾ ਆਫ ਗ੍ਰੈਵਿਟੇਸ਼ਨ ਨੂੰ ਹੀ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ ਕਿਹਾ ਜਾਂਦਾ ਵਾ ਤੇ ਉਹਨੂੰ ਹੀ ਪ੍ਰੂਵ ਕਰਨਾ ਵਾ। ਹੁਣ ਜੇ ਇਹਦੀ ਇੰਪੋਰਟੈਂਸ ਦੀ ਗੱਲ ਕਰੀਏ, ਇਹਦੀ ਬਹੁਤ ਇੰਪੋਰਟੈਂਸ ਆ। ਹੁਣ ਦੇਖੋ ਇਸ ਗ੍ਰੈਵਿਟੇਸ਼ਨਲ ਫੋਰਸ ਦੇ ਕਰਕੇ ਹੀ ਸਾਡਾ ਸਾਰਾ ਬ੍ਰਹਿਮੰਡ ਚੱਲਦਾ ਵਾ। ਧਰਤੀ ਆਪਣੇ ਰਸਤੇ ਦੇ ਵਿੱਚ ਕਿਉਂ ਘੁੰਮਦੀ ਆ, ਉਹਦੇ ਤੋਂ ਬਾਹਰ ਕਿਉਂ ਨਹੀਂ ਜਾਂਦੀ? ਉਹ ਵੀ ਗ੍ਰੈਵਿਟੇਸ਼ਨਲ ਫੋਰਸ ਦੇ ਕਰਕੇ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਾ, ਜੇਕਰ ਮੈਂ ਇਹਨੂੰ ਨੀਚੇ ਛੁੱਟਾਂ ਇਹ ਵੀ ਗ੍ਰੈਵਿਟੇਸ਼ਨਲ ਫੋਰਸ ਕਰਕੇ ਆ। ਸੋ ਇਹਦਾ ਸਾਨੂੰ ਕੀ ਆ? ਇਹਦਾ ਸਾਡਾ ਡੇਲੀ ਲਾਈਫ ਦੇ ਵਿੱਚ ਬਹੁਤ ਦੇਖਦੇ ਆ ਕਿ ਨਿਊਟਨ ਲਾ ਆਫ ਗ੍ਰੈਵਿਟੇਸ਼ਨ ਅਤੇ ਨਿਊਟਨਸ ਜਿਹੜਾ ਥਰਡ ਲਾ ਵਾ, ਉਹਦੇ ਵਿੱਚ ਆਪਸ ਦੇ ਵਿੱਚ ਕੀ ਸਮਾਨਤਾ ਵਾ, ਜਾਂ ਦੋਨੋਂ ਇੱਕ ਦੂਜੇ ਨੂੰ ਕਿਵੇਂ ਟਰੀਟ ਕਰਦੇ ਆ। ਆਪਾਂ ਨਿਊਟਨਸ ਥਰਡ ਲਾ ਐਂਡ ਨਿਊਟਨਸ ਗ੍ਰੈਵਿਟੇਸ਼ਨਲ ਲਾ ਦੋਨਾਂ ਨੂੰ ਇਕੱਠਾ ਕਰਕੇ ਦੇਖਦੇ ਆ। ਹੁਣ ਦੇਖੋ ਇੱਥੇ ਇੱਕ ਅਰਥ ਆ ਤੇ ਅਸੀਂ ਕਹਿੰਦੇ ਆ ਕਿ ਇੱਥੇ ਇੱਕ ਸਟੋਨ ਆ, ਕੋਈ ਪੱਥਰ ਆ, ਤੇ ਅਸੀਂ ਨਿਊਟਨ ਦੇ ਥਰਡ ਲਾ ਦੇ ਵਿੱਚ ਪੜ੍ਹਿਆ ਵਾ
कि जेकर अर्थ इस स्टोन ते फोर्स लगाएगी तो यह स्टोन भी की करेगा, अर्थ ते फोर्स लगाएगा। पर यदा कॉन्सीक्वेंस की आ, यदा प्रभाव की पेगा। मान लो अर्थ ने स्टोन ते फोर्स लाई, जो अर्थ स्टोन ते फोर्स लाएगी तो स्टोन ने नीचे आना वा। पर जेकर स्टोन अर्थ ते फोर्स लगाएगा तो फिर की होएगा, फिर हुण अर्थ नूं उपर होना चाहिए वा, क्योंकि स्टोन उपर नूं खिंचेगा। इनू न्यूटन का थर्ड ला ये कहता है कि जे एक ने एक्शन किया तो रिएक्शन जिहड़ी आ संभावित आ कि मिलनी ही मिलनी आ। इत्थे की आ, असीं कहने आ कि अर्थ ने स्टोन ते फोर्स लगाई, तो जे अर्थ ने स्टोन ते फोर्स लगा के नीचे खिंचिया, मतलब नीचे नूं मूव की बॉडी, तो असी न्यूटन के थर्ड ला तो इदा भी कहांगे ना कि स्टोन ने भी अर्थ ते भी फोर्स लाई, तो ये जिहड़ी अर्थ वा ये उपर नूं मूव करनी चाहिए आ। आपां कहने आ कि धरती ने इहदे ते फोर्स लाई तो मान लो एक्सलरेशन कितनी आ, ए आ। पर इस स्टोन ने इहदे ते फोर्स लाई तो एक्सलरेशन कितनी आ, मान लो ए आ। मतलब न्यूटन्स लॉ ऑफ ग्रेविटेशन की कहता वा कि ये दोनों बॉडीज एक दूजे को अट्रैक्ट करदियां वा, ते अट्रैक्ट तो इदा भी होना वा ना कि ये भी ये अल मूव करे तो ये भी ये अल मूव करे। सो आप देखते हैं कि सानू ये जिहड़ी धरती आ मूव करती क्यों नहीं प्रतीत हुंदी, सानू सिर्फ की लगता वा कि स्टोन धरती दे वल आ रहा वा। आप इस चीज़ को देखते हैं, आप इस टॉपिक दे विच दो चीज़ां डिस्कस कर रहे हैं। एक न्यूटन्स ग्रेविटेशनल लॉ नूं आपां की करते पे हैं, न्यूटन्स दे ही थर्ड लॉ दे नाल कंपेयर करते पे हैं, दोनों की एक सहमति बनाने की कोशिश कर रहे हैं। मैं फिर इस क्वेश्चन को रिपीट कर दिना वा, न्यूटन्स लॉ ऑफ ग्रेविटेशन की कहता वा, न्यूटन्स ग्रेविटेशन लॉ कहता कि इन्हां दोनों दे विच की आ अट्रैक्टिव फोर्स वा। तो न्यूटन का थर्ड लॉ की कहता कि जेकर एक बॉडी दूसरी बॉडी ते फोर्स लगाएगी तो दूसरी बॉडी भी उस बॉडी ते फोर्स लगाएगी। इत्थे भी इदा ही होया, इन्हां दोवां दे विच अट्रैक्टिव फोर्स वा, इस स्टोन ने इस अर्थ नूं फोर्स लाई ते अर्थ ने इनू लाई, इन्हां दोनों नूं एक दूजे वाल मूव करना चाहिए, क्योंकि दोनों एक दूजे नूं फोर्स लगा रहे आ। तो सानू मूव करता सिर्फ पत्थर ही दिखदा, स्टोन ही दिखदा वा, अर्थ सानू मूव करती नहीं दिखती। इसका कारण की आ, असीं इसदा कारण भी न्यूटन्स दे ग्रेविटेशन लॉ तो ही ड्राइव करने की कोशिश करते हैं। आप पहला गल करते हैं स्टोन की। फॉर स्टोन कितनी फोर्स लगा रहा वा, असीं देखते हैं स्टोन कितनी फोर्स लगा रहा वा। न्यूटन का सैकेंड लॉ की कहता फोर्स की कैलकुलेशन किवें करनी आ, एफ इज इक्वल टू एम ए तो एफ इज इक्वल टू एम ए। हुण आपां मान लैंदे आ कि स्टोन का भार कितना वा, मास ऑफ स्टोन 1 kg लै लैंदे आ, दिस द 1 kg। एक्सलरेशन असीं ड्राइव की हुई आ कि एक्सलरेशन ड्यू टू ग्रैविटी, जिहड़ी एक्सलरेशन ग्रैविटी दे करके हुंदी आ, उहदी वैल्यू कितनी हुंदी आ, इस ए नूं आपां जी कहने आ ते इहनूं 9.8 मीटर पर सैकेंड स्केयर परमानेंट याद कर दो। तो आप फोर्स कैलकुलेट करते हैं, जे पत्थर 1 किलो का वा 1 kg, एक्सलरेशन 9.8 मीटर पर सैकेंड स्केयर, तो साढ़े कोलों की आया 9.8 kg मीटर पर सैकेंड स्केयर, kg पर मीटर सैकेंड स्केयर की बनया 9.8 न्यूटन। फोर्स कितनी लगी आ, 9.8 न्यूटन। हुण आपां दूसरा केस दसदे हां कि जे अर्थ मूव करदी होवे, आपां कहिए कि अर्थ इस स्टोन वाल ए एक्सलरेशन दे नाल मूव करदी आ, ते फॉर अर्थ गल करिए फोर्स का फार्मूला तो उही रहेगा। देखो सिस्टम एक आ, जे पत्थर जिहड़ा वा धरती ते 9.8 न्यूटन फोर्स ला रहा, तो धरती भी तो उहदे ते 9.8 ही लाएगी, क्योंकि ये म्यूचुअल इंटरैक्शन आ ग्रेविटेशनस ला दे विच। ते न्यूटन के थर्ड ला च भी आपां पढ़िया वा कि जिन्नी फोर्स स्टोन धरती ते लगाएगा उन्नी फोर्स धरती स्टोन ते लाएगी। हुण देखो, हुण आपां गल कर रहे हैं कि इस स्टोन ने धरती ते फोर्स लाई, तो जो धरती ते फोर्स लाएगा तो धरती इहदे वल खिच्ची आएगी, खिच्ची आउणी चाहिदी सी। ते आपां क्या कितनी फोर्स के नाल, उन्नी ही फोर्स के नाल खिच्ची आएगी जिन्नी फोर्स इधर आ, क्योंकि इको सिस्टम आ। 9.8 न्यूटन, अर्थ का मास कितना है 6 गुणा 10 की पावर 24 kg। आप एक्सलरेशन कैलकुलेट करते हैं, तो जेकर आप ये तो एक्सलरेशन कैलकुलेट करिए इस इक्वेशन तो साढ़े को एक्सलरेशन आती है 1.6763 गुणा 10 की पावर -24 मीटर पर सैकेंड स्केयर। हुण देखो साढ़े को एक्सलरेशन आ रही है, इनू सॉल्व करके 1.63 गुणा 10 की पावर -24,
ਇਹ ਐਕਸਲਰੇਸ਼ਨ ਕੀ ਆ, ਜਿਵੇਂ ਮੈਂ ਪਹਿਲਾਂ ਕਿਹਾ ਕਿ 1.63 ਤੇ -24 ਆ, ਤੇ ਨੀਚੇ ਕਿੰਨੀਆਂ ਜ਼ੀਰੋਆਂ ਵਾ, 24 ਜ਼ੀਰੋਆਂ ਲੱਗੀਆਂ ਵਾ। 1.63 ਦੇ ਆਪਾਂ ਕਿੰਨੇ ਟੋਟੇ ਕਰਨੇ ਆ, ਕਿੰਨੀ ਨਾਲ ਤਕਸੀਮ ਕਰਨਾ, 1 ਦੇ 24 ਜ਼ੀਰੋਆਂ ਲਾ ਕੇ। ਮਤਲਬ ਇਹ ਜਿਹੜੀ ਐਕਸਲਰੇਸ਼ਨ ਆਉਣ ਵਾਲੀ ਹੈ ਨਾ, ਇਹ ਬਹੁਤ ਜ਼ਿਆਦਾ ਘੱਟ ਵਾ। ਤੇ ਇਸ ਦੇ ਵਿੱਚ ਕੀ ਆ ਕਿ ਬੋਡੀ ਜਿਹੜੀ ਆ ਉਹ ਧਰਤੀ ਵੱਲ 9.8 ਮੀਟਰ ਪਰ ਸੈਕਿੰਡ ਸਕੁਅਰ ਐਕਸਲਰੇਸ਼ਨ ਦੇ ਨਾਲ ਮੂਵ ਕਰਦੀ ਆ, ਪਰ ਅਰਥ ਜਿਹੜੀ ਆ ਬੋਡੀ ਵੱਲ ਬਹੁਤ ਹੀ ਸਮੌਲ, ਮਤਲਬ ਇੰਨੀ ਸਮੌਲ ਆ ਕਿ ਸਾਡੇ ਕੋਲੋਂ ਬਹੁਤ ਕੋਈ ਪ੍ਰੀਸਾਈਜ਼ ਜਾਂ ਡੈਲੀਕੇਟ ਇਨਸਟਰੂਮੈਂਟ ਵੀ ਹੋਵੇ ਤਾਂ ਅਸੀਂ ਇਹਨੂੰ ਨੋਟ ਨਹੀਂ ਕਰ ਪਾਵਾਂਗੇ। ਇਸ ਕਰਕੇ ਸਾਨੂੰ ਕੀ ਆ, ਧਰਤੀ ਬੋਡੀ ਦੇ ਵੱਲ ਜਾਂਦੀ ਹੋਈ ਮਹਿਸੂਸ ਨਹੀਂ ਹੁੰਦੀ। ਸਾਨੂੰ ਕੀ ਹੁੰਦਾ ਵਾ, ਸਾਨੂੰ ਸਿਰਫ ਬੋਡੀ ਹੀ ਧਰਤੀ ਵੱਲ ਜਾਂਦੀ ਮਹਿਸੂਸ ਹੁੰਦੀ ਆ। ਮੈਂ ਇਹਨੂੰ ਇੱਕ ਵਾਰੀ ਦੁਬਾਰਾ ਦੱਸ ਦਿੰਦਾ ਜੇਕਰ ਨਹੀਂ ਸਮਝ ਲੱਗੀ। ਆਪਾਂ ਇਸ ਦੇ ਵਿੱਚ ਕੇਸ ਕਰ ਰਹੇ ਹਾਂ ਕਿ ਇੱਕ ਬੋਡੀ ਤੇ ਦੂਸਰੀ ਅਰਥ, ਨਿਊਟਨਸ ਗ੍ਰੈਵੀਟੇਸ਼ਨਲ ਲਾ ਕਹਿੰਦਾ ਵਾ ਕਿ ਇਹਨਾਂ ਦੋਨਾਂ ਦੇ ਵਿੱਚ ਫੋਰਸ ਲੱਗਦੀ ਆ, ਇਹ ਦੋਨੋਂ ਇੱਕ ਦੂਜੇ ਨੂੰ ਖਿੱਚਦੇ ਆ। ਤੇ ਨਿਊਟਨ ਦਾ ਥਰਡ ਲਾ ਕਹਿੰਦਾ ਵਾ ਕਿ ਜਿੰਨੀ ਫੋਰਸ ਦੇ ਨਾਲ ਧਰਤੀ ਇਹਨੂੰ ਖਿੱਚੇਗੀ, ਉਨੀ ਹੀ ਫੋਰਸ ਦੇ ਨਾਲ ਸਟੋਨ ਜਿਹੜਾ ਵਾ ਉਹ ਧਰਤੀ ਨੂੰ ਖਿੱਚੇਗਾ। ਹੁਣ ਦੋਵੇਂ ਇੱਕ ਦੂਜੇ ਨੂੰ ਖਿੱਚਣਗੇ ਤੇ ਦੋਵੇਂ ਇੱਕ ਦੂਜੇ ਕੋਲ ਜਾਣਾ ਚਾਹੁੰਦੇ ਆ। ਜੇ ਜਾਣਾ ਚਾਹੁੰਦੇ ਆ ਤੇ ਦੋਵੇਂ ਇੱਕ ਦੂਜੇ ਦੇ ਵੱਲ ਕੀ ਕਰਨਗੇ, ਮੂਵ ਕਰਨਗੇ। ਮੂਵ ਕਰਨਾ ਚਾਹੀਦਾ ਵਾ, ਪਰ ਸਾਨੂੰ ਮੂਵ ਕਰਨਾ ਸਿਰਫ ਕਿਹਦਾ ਦੀਦਾ ਵਾ, ਸਟੋਨ ਦਾ ਦੀਦਾ ਵਾ, ਧਰਤੀ ਦਾ ਨਹੀਂ ਦੀਦਾ। ਅਸੀਂ ਸਟੋਨ ਵਾਲੀ ਐਗਜ਼ਾਮਪਲ 'ਚ ਦੇਖ ਲਿਆ ਕਿ ਕਿੰਨੀ ਫੋਰਸ ਲੱਗਦੀ ਆ। ਅਸੀਂ ਦੇਖਿਆ ਕਿ ਸਟੋਨ ਵਾਲੇ ਕੇਸ 'ਚ 9.8 ਨਿਊਟਨ ਫੋਰਸ ਲੱਗਦੀ ਆ। ਮਤਲਬ ਧਰਤੀ ਨੂੰ ਸਟੋਨ ਜਾਂ ਧਰਤੀ ਸਟੋਨ ਨੂੰ 9.8 ਨਿਊਟਨ ਫੋਰਸ ਦੇ ਨਾਲ ਖਿੱਚਦੀ ਆ, ਕਿਉਂਕਿ ਇਹ ਫੋਰਸ ਦੇ ਬਰਾਬਰ ਲੱਗਣੀ ਆ ਇੱਕ ਦੂਜੇ ਦੇ ਉੱਪਰ। ਤੇ ਅਸੀਂ ਇਹ ਦੇਖਿਆ, ਹੁਣ ਇਸ ਫੋਰਸ ਨੂੰ ਆਧਾਰ ਬਣਾ ਕੇ ਦੇਖਿਆ ਕਿ ਧਰਤੀ ਕਿੰਨੀ ਐਕਸਲਰੇਸ਼ਨ ਦੇ ਨਾਲ ਉੱਪਰ ਨੂੰ ਮੂਵ ਕਰਦੀ ਆ। ਤੇ ਆਪਾਂ ਸੋਲਵ ਕਰਕੇ ਦੇਖਿਆ ਕਿ ਧਰਤੀ ਕਿੰਨੀ ਐਕਸਲਰੇਸ਼ਨ ਨਾਲ ਮੂਵ ਕਰਦੀ ਆ। ਸਾਡੇ ਕੋਲੋਂ ਇਹ ਵਾਲੀ ਵੈਲਿਊ ਆਈ ਜਿਹੜੀ ਕਿ ਬਹੁਤ ਛੋਟੀ ਆ। ਇੰਨੀ ਛੋਟੀ ਵੈਲਿਊ ਅਸੀਂ ਬਹੁਤ ਵਧੀਆ ਤੋਂ ਵਧੀਆ ਇਨਸਟਰੂਮੈਂਟ ਵੀ ਰੱਖ ਲਈਏ ਨਾ ਸਾਡੇ ਕੋਲੋਂ ਸਾਇੰਸ ਦੇ ਵਿੱਚ, ਇੰਨੀ ਛੋਟੀ ਵੈਲਿਊ ਅਸੀਂ ਉਸ ਇਨਸਟਰੂਮੈਂਟ ਦੇ ਨਾਲ ਵੀ ਨੋਟ ਨਹੀਂ ਕਰ ਪਾਵਾਂਗੇ। ਤੇ ਜੇਕਰ ਇਹਦਾ ਅਲਟੀਮੇਟ ਇਫੈਕਟ ਦੇਖੀਏ ਤੇ ਇਹ ਜਿਹੜੀ ਇੰਨੀ ਘੱਟ ਐਕਸਲਰੇਸ਼ਨ ਆ, ਇਹ ਸਾਨੂੰ ਰੈਸਟ ਵਰਗੀ ਹੀ ਲੱਗਣੀ ਆ। ਸਾਨੂੰ ਲੱਗਣਾ ਵਾ ਕਿ ਅਰਥ ਕੀ ਆ, ਰੈਸਟ ਤੇ ਆ ਤੇ ਬੋਡੀ ਆਪਣੇ ਆਪ ਹੀ ਥੱਲੇ ਡਿੱਗ ਪਈ ਆ।